ਉਹ ਨਾ ਸਿੱਖ ਸੀ, ਨਾ ਸਿੱਖੀ ਦੀ ਉਹਨੂੰ ਜਾਣਕਾਰੀ ਸੀ, ਨਾ ਉਹਨੇ ਕਦੀ ਦਾਅਵਾ ਕੀਤਾ ਵੀ ਮੈਨੂੰ ਸਿੱਖੀ ਦਾ ਪਤਾ ਹੈ। ਉਸ ਲੇਖ ਦਾ ਪਹਿਲਾ ਪੈਰਾ ਜਿਹੜਾ ਉਹ ਤੁਹਾਨੂੰ ਸੁਣਾਉਣਾ ਤੇ ਇਹ ਦੱਸਦੇ ਹਾਂ ਕਿ ਇਹ ਲੇਖ ਬਲਵੰਤ ਗਾਰਗੀ ਦਾ ਲਿਖਿਆ ਹੋਇਆ ਸੀ। ਬਲਵੰਤ ਗਾਰਗੀ ਨੇ ਅੰਗਰੇਜ਼ੀ ਦੀ ਐਮਏ ਲਾਹੌਰ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਸੀ ਤੇ PhD ਹਿੰਦੁਸਤਾਨੀ ਰੰਗਮੰਚ ਤੇ ਅਮਰੀਕਾ। ਉਹ ਬਲਵੰਤ ਗਾਰਗੀ ਜਿਹੜਾ ਦਾਅਵਾ ਹੀ ਨਹੀਂ ਕਰਦਾ ਕਿ ਮੈਨੂੰ ਸਿੱਖੀ ਦਾ ਕੁਝ ਪਤਾ ਹੈ, ਉਹ ਇਹ ਲੇਖ ਲਿਖ ਰਿਹਾ ਹੈ। ਕਹਿੰਦਾ ਵੱਡੇ ਭਰਾ ਕੁਲਵੰਤ ਨੂੰ ਤੇ ਮੈਨੂੰ ਦੋਵਾਂ ਨੇ ਮਾਂ ਨੇ ਸਵਖਤੇ ਜਗਾਇਆ, ਇਸ਼ਨਾਨ ਕਰਵਾਇਆ, ਪਿੰਡ ਦੇ ਬਾਹਰ ਟਿੱਲੇ ਤੇ ਇੱਕ ਸਾਧੂ ਸੀ, ਉੱਥੇ ਜਾ ਕੇ ਮੱਥਾ ਟੇਕਿਆ। ਮਾਂ ਨੂੰ ਦੇਖ ਕੇ ਅਸੀਂ ਵੀ ਮੱਥਾ ਟੇਕਿਆ। ਮਾਂ ਕਹਿੰਦੀ ਬਾਬਾ ਜੀ ਇੰਨੀ ਸੱਤਿਆ ਤਾਂ ਹੈ ਨਹੀਂ ਕਿ ਦੋਵਾਂ ਨੂੰ ਪੜਾਵਾਂ, ਦੋਵਾਂ ਚੋਂ ਇੱਕ ਨੂੰ ਪੜਾ ਸਕਦੀ ਹਾਂ। ਤੁਹਾਡੇ ਟਿੱਲੇ ਤੇ ਇਸ ਲਈ ਹਾਜ਼ਰ ਹੋਈ ਆ, ਇਹਨਾਂ ਦੋਵਾਂ ਚੋਂ ਕਿਹਦੇ ਢਿੱਡ 'ਚ 4 ਅੱਖਰ ਪੈਣਗੇ ਉਹ ਤੁਸੀਂ ਦੱਸੋ। ਕਹਿੰਦਾ ਜੀ ਉਹ ਬੌਂਦਲਿਆ ਜਿਹਾ ਸਾਧ ਸੀ, ਸਾਡੇ ਵੱਲ ਉਹਨੇ ਦੇਖਿਆ ਵੀ ਨਹੀਂ ਹੈ, ਮੇਰੇ ਵੱਲ ਹੱਥ ਕਰ ਦਿੱਤਾ, ਕਹਿੰਦਾ ਇਹਨੂੰ ਪੜਾ ਦੇ। ਬਲਵੰਤ ਗਾਰਗੀ ਲਿਖਦਾ ਹੈ ਜੇ ਮੇਰੇ ਭਰਾ ਕੁਲਵੰਤ ਵਰ ਹੱਥ ਕੀਤਾ ਹੁੰਦਾ ਤਾਂ ਮੈਂ ਬੁਢਲਾਡੇ ਆੜਤੀਆ ਹੋਣਾ ਸੀ। ਹੁਣ ਕਹਿੰਦਾ ਹੁਣ ਮੇਰਾ ਭਰਾ ਕੁਲਵੰਤ ਉੱਥੇ ਆੜਤੀ ਹੈ। ਉਹ ਕਹਿੰਦਾ ਕਿ ਕੁਲਵੰਤ ਨੂੰ ਤਾਂ ਛੱਡਿਆ ਘਰ ਤੇ ਮਾਂ ਮੈਨੂੰ ਗੁਰਦੁਆਰੇ ਛੱਡਿਆ ਜੀ। ਪਿੰਡ 'ਚ ਸਕੂਲ ਨਹੀਂ ਸੀ, ਗੁਰਦੁਆਰੇ ਦੇ ਵਿੱਚ ਹੀ ਬੱਚੇ ਪੜ੍ਹਦੇ ਹੁੰਦੇ ਸੀ। 2 ਦਿਨ 3 ਦਿਨ ਅਸੀਂ ਖੇਡਦੇ ਰਹੇ। ਮੈਂ ਬੱਚਿਆਂ ਨੂੰ ਪੁੱਛਿਆ ਵੀ ਇੱਥੇ ਪੜਾਊਗਾ ਕੌਣ? ਸਾਥੀ ਕਹਿੰਦੇ ਇਹ ਗੁਰਦੁਆਰਾ ਇੱਕ ਨਿਹੰਗ ਬਾਬਾ ਜੀ ਦਾ, ਉਹ ਬਹੁਤਾ ਦੌਰਿਆਂ ਤੇ ਰਹਿੰਦੇ ਨੇ। ਜਦੋਂ ਆਉਂਦੇ ਨੇ ਸੰਥਿਆ ਦੇ ਜਾਂਦੇ ਨੇ, ਫਿਰ ਚਲੇ ਜਾਂਦੇ ਨੇ। ਅਗਲੀ ਵਾਰੀ ਆਉਂਦੇ ਨੇ ਪੁਰਾਣੀ ਸੰਥਿਆ ਸੁਣ ਲੈਂਦੇ ਨੇ, ਨਵੀਂ ਸੰਥਿਆ ਦੇ ਜਾਂਦੇ ਨੇ। ਇੱਥੇ ਤਾਂ ਇਸ ਤਰ੍ਹਾਂ ਦੀ ਪੜ੍ਹਾਈ ਹੁੰਦੀ ਹੈ। ਠੀਕ ਹੈ, ਇੱਕ ਦਿਨ ਰੌਲਾ ਪੈ ਗਿਆ, ਬਾਬਾ ਜੀ ਆ ਗਏ, ਬਾਬਾ ਜੀ ਆ ਗਏ। ਬੱਚੇ ਕਤਾਰ 'ਚ ਖਲੋ ਗਏ। ਜਿੱਧਰੋਂ ਬਾਬਾ ਜੀ ਆ ਰਹੇ ਸੀ ਉਧਰ ਮੂੰਹ ਕਰਕੇ ਮੈਂ ਵੀ ਖਲੋ ਗਿਆ। ਮੈਂ ਦੇਖਿਆ ਸਰਪਟ ਘੋੜਾ ਦੌੜਾਈ, ਨੀਲੇ ਬਾਣੇ 'ਚ ਸਵਾਰ, ਹੱਥ 'ਚ ਨੇਜ਼ਾ, ਨਿਹੰਗ ਬਾਬਾ ਜੀ ਆ ਰਹੇ ਸੀ। ਸਾਡੇ ਨੇੜੇ ਆ ਕੇ ਘੋੜਾ ਰੁਕਿਆ। ਸਾਰੇ ਬੱਚਿਆਂ ਨੇ ਫਤਿਹ ਬੁਲਾਈ। ਕੱਲੇ ਕੱਲੇ ਬੱਚੇ ਵੱਲ ਦੇਖਿਆ, ਮੇਰੇ ਵੱਲ ਨੇਜ਼ੇ ਦੀ ਨੋਕ ਕਰਕੇ ਕਹਿਣ ਲੱਗੇ ਤੂੰ ਕਿਹਨਾਂ ਦਾ ਮੁੰਡਾ ਹੈ ਬਈ? ਮੈਂ ਕਿਹਾ ਜੀ ਬਾਣੀਆਂ ਦਾ ਮੁੰਡਾ। ਮੈਨੂੰ ਕਹਿੰਦੇ ਖੇਡਣ ਆਉਂਦਾ ਹੁੰਦਾ ਇੱਥੇ? ਮੈਂ ਕਿਹਾ ਨਹੀਂ ਬਾਬਾ ਜੀ ਪੜ੍ਹਨ ਆਉਂਦਾ ਹੁੰਦਾ। ਮੈਨੂੰ ਕਹਿੰਦੇ ਸੁਣਾ ਫਿਰ ਕੀ ਪੜ੍ਹਿਆ? ਮੈਂ ਕਿਹਾ ਬਾਬਾ ਜੀ ਸੰਥਿਆ ਤਾਂ ਤੁਸੀਂ ਹਾਲੇ ਦਿੱਤੀ ਨਹੀਂ, ਜਦੋਂ ਸੰਥਿਆ ਦੇਵੋਗੇ ਫਿਰ ਮੈਂ ਯਾਦ ਕਰੂੰਗਾ, ਉਹ ਤੋਂ ਬਾਅਦ ਸੁਣਾਉਂਗਾ। ਬਾਬਾ ਜੀ ਨੇ ਬਾਕੀ ਬੱਚਿਆਂ ਨੂੰ ਪਿੱਛੇ ਹਟਣ ਦਾ ਇਸ਼ਾਰਾ ਕੀਤਾ। ਘੋੜੇ ਤੇ ਬੈਠਿਆਂ ਬਿਠਾਇਆ ਜ਼ਮੀਨ ਉੱਪਰ ਨੇਜ਼ੇ ਦੀ ਨੋਕ ਨਾਲ ਪਹਿਲਾਂ ਏਕਾ ਵਾਹਿਆ, ਫਿਰ ਖੁੱਲੇ ਮੂੰਹ ਵਾਲਾ ਊੜਾ। ਮੈਨੂੰ ਕਹਿੰਦੇ ਆਖ ਏਕ ਓਂਕਾਰ, ਮੱਥਾ ਟੇਕ। ਮੈਂ ਹੱਥ ਜੋੜ ਕੇ ਏਕ ਓਂਕਾਰ ਆਖਿਆ, ਫਿਰ ਮੱਥਾ ਜ਼ਮੀਨ ਨੂੰ ਲਾਇਆ, ਫਿਰ ਖੜਾ ਹੋ ਗਿਆ। ਬਾਬਾ ਜੀ ਕਹਿੰਦੇ ਇਹ ਤੇਰਾ ਪਹਿਲਾ ਸਬਕ ਹੈ, ਇਹਨੂੰ ਯਾਦ ਰੱਖੀ। ਬਲਵੰਤ ਗਾਰਗੀ ਲਿਖਦਾ ਹੈ ਮੇਰੀ ਜ਼ਿੰਦਗੀ ਦਾ ਪਹਿਲਾ ਸਬਕ ਇਹੀ ਸੀ, ਮੇਰੀ ਜ਼ਿੰਦਗੀ ਦਾ ਆਖਰੀ ਸਬਕ ਵੀ ਇਹੀ ਹੈ। ਮੇਰੀ ਬਾਕੀ ਦੀ ਵਿੱਦਿਆ ਇਹਨਾਂ 2 ਸਬਕਾਂ ਦੇ ਵਿਚਕਾਰ ਹੈ। ਮੇਰੀ ਜ਼ਿੰਦਗੀ ਦਾ ਪਹਿਲਾ ਸਬਕ ਵੀ ਇਹੀ, ਮੇਰੀ ਜ਼ਿੰਦਗੀ ਦਾ ਆਖਰੀ ਸਬਕ ਵੀ ਇਹੀ, ਮੇਰੀ ਬਾਕੀ ਦੀ ਵਿੱਦਿਆ ਇਹਨਾਂ 2 ਸਬਕਾਂ ਦੇ ਵਿਚਕਾਰ ਹੈ। ਇੱਕ ਵਾਕ ਨਾਲ ਗਾਰਗੀ ਸਾਨੂੰ ਦੱਸ ਗਿਆ ਕਿ ਇਸ ਵਿੱਦਿਆ ਤੋਂ ਪਹਿਲਾਂ ਕੁਝ ਨਹੀਂ ਸੀ ਤੇ ਇਸ ਵਿੱਦਿਆ ਤੋਂ ਬਾਅਦ ਕੁਝ ਨਹੀਂ। ਅਗਲੀ ਗੱਲ ਕਹਿੰਦਾ ਬਚਪਨ 'ਚ ਮੇਰੇ ਮਨ 'ਚ ਨਿਹੰਗ ਬਾਬਾ ਜੀ ਦੀ ਉਕਰੀ ਹੋਈ ਇਹ ਤਸਵੀਰ ਮਿਟਣੀ ਤਾਂ ਕੀ ਸੀ, ਧੁੰਦਲੀ ਵੀ ਨਹੀਂ ਹੋਈ। ਮੈਨੂੰ ਅਕਸਰ ਇਉਂ ਲੱਗਦਾ ਰਹਿੰਦਾ ਹੈ ਕਿ ਜਿੱਥੇ ਜ਼ਮੀਨ ਤੇ ਅਸਮਾਨ ਮਿਲਦੇ ਨੇ ਉਥੋਂ ਘੋੜੇ ਤੇ ਸਵਾਰ ਨੀਲੇ ਬਾਣੇ 'ਚ ਹੱਥ 'ਚ ਨਿਸ਼ਾਨ ਸਾਹਿਬ ਫੜ ਕੇ ਕੋਈ ਆਏਗਾ, ਧਰਤੀ ਦੇ ਵਰਕੇ ਤੇ ਏਕ ਓਂਕਾਰ ਲਿਖੇਗਾ, ਸੰਸਾਰ ਮੱਥਾ ਟੇਕੇਗਾ ਤੇ ਇਹ ਸੰਸਾਰ ਦਾ ਸਬਕ ਹੋਏਗਾ। ਇਹ ਸਬਕ ਕਾਗਜ਼ਾਂ ਉੱਪਰ ਲਿਖਿਆ ਜਾਣ ਵਾਲਾ ਸਬਕ ਨਹੀਂ ਹੈ, ਪਹਿਲਾਂ ਤਾਂ ਦਿਲਾਂ ਤੇ ਲਿਖੀਦਾ, ਫਿਰ ਨਿਸ਼ਾਨ ਸਾਹਿਬ ਇਹਨੂੰ ਧਰਤੀ ਤੇ ਲਿਖੇਗਾ। ਦੂਸਰਾ ਜਿਹੜਾ ਵਾਕਿਆ ਤੁਹਾਨੂੰ ਮੈਂ ਸੁਣਾਉਣਾ, ਕਿਉਂਕਿ ਮਾਹੌਲ ਸ਼ਾਇਰਾਨਾ ਹੈ ਨਾ, ਇਸ ਕਰਕੇ ਆਪਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਸ਼ਾਇਰ ਬਹੁਤ ਵਧੀਆ ਸੀ ਸ਼ਿਵ ਕੁਮਾਰ ਬਟਾਲਵੀ। ਕੁਛ ਇੱਕ ਅੰਦਰ ਦੀਆਂ ਗੱਲਾਂ ਬਾਹਰ ਆਉਂਦੀਆਂ ਰਹਿੰਦੀਆਂ। ਉਹ ਕਹਿੰਦਾ ਹੁੰਦਾ ਸੀ ਕਿ ਮੇਰੇ ਮੇਜ਼ ਤੇ ਜੇ ਦਸਤਾ ਖਾਲੀ ਕਾਗਜ਼ਾਂ ਦਾ ਪਿਆ ਰਹੇ, ਸਫੈਦ ਕਾਗਜ਼ਾਂ ਦਾ, ਮੈਨੂੰ ਡਰ ਲੱਗਣ ਲੱਗ ਜਾਂਦਾ ਵੀ ਮੇਰੇ ਤੋਂ ਇਹਦਾ ਮਤਲਬ ਹੁਣ ਕਵਿਤਾ ਲਿਖਣੀ ਹੋਣੀ, ਇਹਦਾ ਮਤਲਬ ਮੇਰੇ ਚੋਂ ਸਿਰਜਣਾ ਜਾਂਦੀ ਰਹੀ। ਮੈਂ ਖਾਲੀ ਕਾਗਜ਼ਾਂ ਤੋਂ ਡਰ ਜਾਂਦਾ। ਫਿਰ ਮੈਂ ਕੀ ਕਰਦਾ, ਕਾਗਜ਼ਾਂ ਦੇ ਪੁਲੰਦੇ ਦੇ ਉੱਪਰ ਖੱਬੇ ਪਾਸੇ ਸਿਖਰ ਪੈਨ ਨਾਲ ਏਕ ਓਂਕਾਰ ਲਿਖ ਦਿੰਦਾ। ਫਿਰ ਮੈਨੂੰ ਡਰ ਲੱਗਣੋਂ ਹਟ ਜਾਂਦਾ, ਕਿਉਂਕਿ ਸੰਸਾਰ ਦੀ ਸਿਰਜਣਾ ਕਦੇ ਬੰਦ ਹੋ ਹੀ ਨਹੀਂ ਸਕਦੀ। ਤੀਸਰਾ ਵਾਕਿਆ ਗੈਰ ਸਿੱਖਾਂ ਦੇ ਵਾਕਿਆ ਸੁਣਾ ਰਿਹਾ ਅੱਜ ਤੁਹਾਨੂੰ। ਅਫਜ਼ਲ ਅਹਿਸਨ ਰੰਧਾਵਾ
6.25 ਫੁੱਟ ਲੰਮਾ ਕੱਦਾਵਰ, ਪੰਜਾਬ ਹਾਈ ਕੋਰਟ ਲਾਹੌਰ ਦਾ ਨਾਮਵਰ ਵਕੀਲ, ਪੰਜਾਬੀ ਦਾ ਕਹਾਣੀਕਾਰ ਤੇ ਨਾਵਲਕਾਰ। ਉਹਦੇ ਨਾਵਲਾਂ ਦੇ ਹੀਰੋ ਸਾਰੇ ਦੇ ਸਾਰੇ ਸਿੱਖ ਤੇ ਸ਼ਾਨਦਾਰ ਸਿੱਖ। ਮੈਂ ਆਪਣੇ ਡਿਪਾਰਟਮੈਂਟ 'ਚ ਜਾ ਰਿਹਾ ਗੁਰੂ ਗੋਬਿੰਦ ਸਿੰਘ ਭਵਨ, ਸਕੂਟਰ ਸਟੈਂਡ ਤੇ ਲਾਇਆ ਤਾਂ ਦੇਖਿਆ ਵਾਈਸ ਚਾਂਸਲਰ ਦੇ ਦਫ਼ਤਰ ਦੇ ਸਾਹਮਣੇ ਜਿਹੜਾ ਘਾਹ ਦਾ ਲਾਨ ਹੈ ਵੱਡਾ, ਉਹਦੇ ਉੱਪਰ ਰੰਧਾਵਾ ਸਾਹਿਬ ਟਹਿਲ ਰਹੇ। ਮੈਂ ਉਹਨਾਂ ਕੋਲ ਚਲਾ ਗਿਆ, ਸਲਾਮ ਅਲੈਕੁਮ ਰੰਧਾਵਾ ਸਾਹਿਬ। ਮੈਨੂੰ ਜੱਫੀ 'ਚ ਲੈ ਕੇ ਕਹਿੰਦੇ ਸਤਿ ਸ੍ਰੀ ਅਕਾਲ ਭਰਾ। ਮੈਂ ਕਿਹਾ ਜੀ ਆਹ ਮੇਰਾ ਡਿਪਾਰਟਮੈਂਟ ਹੈ ਗੁਰੂ ਗੋਬਿੰਦ ਸਿੰਘ ਭਵਨ, ਮੈਂ ਤੁਹਾਡਾ ਪਾਠਕ ਹਾਂ, ਮੈਂ ਤੁਹਾਡੀਆਂ ਸਾਰੀਆਂ ਲਿਖਤਾਂ ਪੜ੍ਹੀਆਂ ਹੋਈਆਂ। ਤੁਸੀਂ ਜੇ ਸਾਡੇ ਨਾਲ ਬੈਠ ਕੇ ਚਾਹ ਪੀ ਲਓ, ਅਸੀਂ ਫੋਟੋ ਖਿਚਵਾਵਾਂਗੇ, ਯਾਦ ਰੱਖਾਂਗੇ, ਦਿਖਾਇਆ ਕਰਾਂਗੇ ਆਪਣੇ ਵਿਦਿਆਰਥੀਆਂ ਨੂੰ। ਉਹ ਕਹਿਣ ਲੱਗੇ ਮੈਂ ਤਾਂ ਵਿਹਲਾ ਹੀ ਆ, ਕੱਲ ਕੰਮ ਕਾਜ ਨਿਬੇੜ ਲਏ ਸਾਰੇ, ਤਾਈਓ ਸੈਰ ਕਰਦਾ ਸੀ, ਚਲੋ ਚੱਲੀਏ। ਆ ਗਏ, ਬੈਠੇ, ਚਾਹ ਮੰਗਵਾ ਲਈ। ਮੈਂ ਪੁੱਛਿਆ ਕਿ ਤੁਸੀਂ ਸਿੱਖਾਂ ਨੂੰ ਪਿਆਰ ਕਿਵੇਂ ਕਰਨ ਲੱਗੇ ਸੀ ਤੇ ਕਦੋਂ ਕਰਨ ਲੱਗੇ ਸੀ? ਤੁਹਾਡੇ ਸਾਰੀਆਂ ਲਿਖਤਾਂ ਦੇ ਵਿੱਚੋਂ ਇਹ ਮੈਨੂੰ ਦਿਸਦਾ ਹੈ। ਉਹ ਕਹਿੰਦੇ ਮੈਂ ਸਿੱਖਾਂ ਨੂੰ ਪਿਆਰ ਕਿਉਂ ਨਾ ਕਰਾਂ, ਮੈਂ ਸਿੱਖ ਹਾਂ। ਮੈਂ ਕਿਹਾ ਤੁਸੀਂ ਸਿੱਖ ਕਿਵੇਂ ਹੋ? ਉਹ ਕਹਿੰਦੇ ਤੁਸੀਂ ਜਨਮ ਸਾਖੀਆਂ ਦਾ ਪਾਠ ਕੀਤਾ ਕਦੀ? ਮੈਂ ਕਿਹਾ ਮੇਰੇ ਜਿੰਨਾ ਪਾਠ ਨਹੀਂ ਕੀਤਾ ਹੋਣਾ ਕਿਸੇ ਨੇ ਜਨਮ ਸਾਖੀਆਂ ਦਾ। ਕੀਤਾ, ਇੱਕ ਵਾਰੀ ਨਹੀਂ ਅਨੇਕ ਵਾਰ। ਕਹਿਣ ਲੱਗੇ ਜਨਮ ਸਾਖੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇੱਕ ਮੁਰੀਦ ਦਾ ਜ਼ਿਕਰ ਆਉਂਦਾ, ਅਜਿੱਤਾ ਰੰਧਾਵਾ। ਮੈਂ ਕਿਹਾ ਬਿਲਕੁਲ ਆਉਂਦਾ ਜੀ। ਉਹ ਕਹਿੰਦੇ ਪੱਖੋਕੇ ਦਾ ਵਸਨੀਕ ਸੀ, ਜਿਹੜੀ ਇਹ ਕਰਤਾਰਪੁਰ ਦੀ ਧਰਤੀ ਹੈ ਮਹਾਰਾਜ ਦੇ ਚਰਨੀ ਉਹਨੇ ਲਵਾਈ ਸੀ, ਉਹ ਸਾਡਾ ਵਡੇਰਾ ਸੀ, ਮੇਰਾ ਪੜਦਾਦਾ ਸੀ ਉਹ। ਕਹਿਣ ਲੱਗੇ ਕਿ ਡੇਰਾ ਬਾਬਾ ਨਾਨਕ ਜਦੋਂ ਉਦਾਸੀਆਂ ਤੋਂ ਆਏ ਨਾ ਮਹਾਰਾਜ, ਉਦਾਸੀਆਂ ਸਮਾਪਤ ਕਰਨ ਦਾ ਐਲਾਨ ਕੀਤਾ, ਉਦਾਸੀਆਂ ਦਾ ਲਿਬਾਸ ਸਾਡੇ ਖੂਹ ਤੇ ਉਤਾਰਿਆ ਸੀ। ਸਾਡੇ ਬਾਬਾ ਜੀ ਅਜਿੱਤਾ ਰੰਧਾਵਾ ਦੁਨੀਆਦਾਰੀ ਦਾ ਲਿਬਾਸ ਲੈ ਕੇ ਆਏ ਸੀ, ਖਾਣਾ ਲੈ ਕੇ ਆਏ ਸੀ, ਮਹਾਰਾਜ ਦੇ ਚਰਨਾਂ 'ਚ ਰੱਖੀਆਂ ਸੀ ਇਹ ਭੇਟਾਂ। ਫੇਰ ਬੇਨਤੀ ਕੀਤੀ ਸੀ ਜੀ ਸਾਡੇ ਇਲਾਕੇ ਆਬਾਦ ਹੋ ਜਾਣਗੇ, ਤੁਸੀਂ ਇੱਥੇ ਵਸ ਜਾਓ। ਬਾਬਾ ਜੀ ਕਹਿੰਦੇ ਤੁਹਾਡੇ ਤੇ ਬੋਝ ਬਣਾਂਗੇ। ਸਾਡੇ ਪੜਦਾਦਾ ਜੀ ਅਜਿੱਤਾ ਰੰਧਾਵਾ ਕਹਿੰਦੇ ਬੋਝ ਨਹੀਂ ਮਹਾਰਾਜ, ਤੁਹਾਡੇ ਚਰਨਾਂ ਦੀ ਛੋਹ ਸਦਕਾ ਸਾਡੇ ਵੀਰਾਨ ਖੇਤ ਆਬਾਦ ਹੋ ਜਾਣਗੇ। ਅਸੀਂ ਕਿਸੇ ਤੇ ਆਸਾਨ ਨਹੀਂ ਕਰਦੇ, ਅਸੀਂ ਆਪਣੇ ਆਪ ਨੂੰ ਪਾਲ ਰਹੇ ਹਾਂ। ਤੋ ਅਜਿੱਤਾ ਰੰਧਾਵਾ ਜਿਨ੍ਹਾਂ ਦਾ ਵਡੇਰਾ ਸੀ, ਅਫਜ਼ਲ ਹਸਨ ਰੰਧਾਵਾ ਕਹਿੰਦੇ ਫਿਰ ਮੈਂ ਕਿਉਂ ਨਾ ਮਾਣ ਕਰਾਂ ਆਪਣੇ ਮੁਰਸ਼ਿਦਾਂ ਤੇ ਕਿਉਂ ਨਾ ਪਿਆਰ ਕਰਾਂ ਸਿੱਖਾਂ ਨੂੰ। ਬਸ ਇੱਕ ਦੋ ਗੱਲਾਂ ਤੁਹਾਡੇ ਨਾਲ ਹੋਰ ਕਰਨੀਆਂ ਨੇ। ਅੱਜ ਸਮਾਂ ਨਹੀਂ, ਕਿਤੇ ਇੱਕ ਘੰਟਾ ਮੈਨੂੰ ਮਿਲੇਗਾ ਨਾ, ਫਿਰ ਤੁਹਾਡੇ ਨਾਲ ਗੱਲਾਂ ਬਹੁਤ ਲੰਮੀਆਂ ਵਿਸਥਾਰ ਨਾਲ ਕਰਾਂਗੇ। ਬਸ ਮੈਨੂੰ ਇਹ ਆਖਿਆ ਸੀ ਪ੍ਰਬੰਧਕਾਂ ਨੇ ਕਿ ਪੰਜਾਬੀ ਦੀ ਵੀ ਕਦੀ ਗੱਲ ਕਰ ਲਿਓ। ਉਹ ਹੁਣ ਦੇਖੋ ਤੁਸੀਂ, ਇਹ ਕਹਿੰਦੇ ਵੀ ਪੰਜਾਬੀ ਨੂੰ ਲੋਕ ਛੱਡਦੇ ਜਾਂਦੇ ਨੇ, ਅੰਗਰੇਜ਼ੀ ਫੜਦੇ ਜਾਂਦੇ ਨੇ, ਤੇ ਆਪਾਂ ਕੀ ਕਰੀਏ? ਆਪਾਂ ਪੰਜਾਬੀ ਐ ਨਹੀਂ, ਉਪਦੇਸ਼ ਦੇਣ ਨਾਲ ਪੰਜਾਬੀ ਨਹੀਂ ਕਿਸੇ ਨੇ ਫੜਨੀ। ਪੰਜਾਬੀ ਜਦੋਂ ਰੁਜ਼ਗਾਰ ਦੀ ਬੋਲੀ ਬਣੇਗੀ ਨਾ, ਉਦੋਂ ਆਪਾਂ ਬਿਨਾਂ ਕਿਸੇ ਤੋਂ ਪੁੱਛੇ ਦੱਸੇ ਪੰਜਾਬੀ ਪੜ੍ਹਨ ਲੱਗ ਜਾਾਂਗੇ। ਤੁਸੀਂ ਦੇਖੋ ਤਾਂ ਅਸੀਂ ਜਨਮ ਸਾਖੀ 'ਚ ਆਪਾਂ ਨੂੰ ਕੀ ਪਤਾ ਲੱਗਦਾ ਭਲਾ? ਪਿਤਾ ਮਹਿਤਾ ਕਲਿਆਣ ਰਾਏ ਨੇ ਪਹਿਲੋਂ ਦੇਵਨਾਗਰੀ ਸਿਖਾਉਣ ਵਾਸਤੇ ਪੰਡਤ ਜੀ ਕੋਲ ਭੇਜੇ ਮਹਾਰਾਜ, ਉਹਦੇ ਤੋਂ ਬਾਅਦ ਮੌਲਵੀ ਕੋਲ ਫਾਰਸੀ ਸਿੱਖਣ। ਉਹਨਾਂ ਜ਼ਮਾਨਿਆਂ 'ਚ 550 ਸਾਲ ਪਹਿਲੋਂ ਸਰਕਾਰੀ ਨੌਕਰੀ ਲੈਣ ਲਈ ਇਹ ਦੋ ਜ਼ਬਾਨਾਂ ਦੀ ਜਾਣਕਾਰੀ ਜ਼ਰੂਰੀ ਸੀ। ਪਿਤਾ ਆਪਣੇ ਬੇਟੇ ਨੂੰ ਰੁਜ਼ਗਾਰ, ਅੱਛਾ ਰੁਜ਼ਗਾਰ ਦਿਵਾਉਣ ਦੇ ਇੱਛੁਕ ਸਨ। ਜੇ ਪੰਜਾਬੀ ਪੜ੍ਹਨ ਨਾਲ ਮਿਲਦਾ ਹੁੰਦਾ ਰੁਜ਼ਗਾਰ ਤਾਂ ਪੰਜਾਬੀ ਸਿਖਾ ਦਿੰਦੇ। ਇਹ ਤਾਂ ਸਨ ਪਿਤਾ ਦੇ ਸੁਪਨੇ। ਲੇਕਿਨ ਜਿਹੜੀ ਗੱਲ ਮੈਨੂੰ ਅਜੀਬ ਲੱਗਦੀ ਹੈ, ਤੁਹਾਨੂੰ ਵੀ ਸ਼ਾਇਦ ਲੱਗੇ, ਕਿ ਗੁਰੂ ਨਾਨਕ ਦੇਵ ਜੀ ਏਸ਼ੀਆ ਦਾ ਭਰਮਣ ਕਰਦੇ ਰਹੇ। 25,000 ਕਿਲੋਮੀਟਰ ਪਲੱਸ ਹੈ ਉਹਨਾਂ ਦਾ ਦੌਰਾ। ਜਿਨ੍ਹਾਂ ਲੋਕਾਂ ਨੂੰ ਪਿੰਡਾਂ 'ਚ ਸ਼ਹਿਰਾਂ 'ਚ ਮਿਲੇ, ਜ਼ਿੰਦਗੀ 'ਚ ਪਹਿਲੀ ਵਾਰੀ ਮਿਲੇ ਸੀ ਤੇ ਜ਼ਿੰਦਗੀ 'ਚ ਆਖਰੀ ਵਾਰੀ ਮਿਲੇ ਸੀ। ਪਹਿਲੀ ਵਾਰੀ ਤੇ ਆਖਰੀ ਵਾਰ। ਉਹਨਾਂ ਜਿੰਨੀਆਂ ਯਾਤਰਾਵਾਂ ਪਿਛਲੇਰੇ ਗੁਰੂ ਸਾਹਿਬਾਨ ਨਹੀਂ ਕਰ ਪਾਏ, ਲੇਕਿਨ 9ਵੇਂ ਪਾਤਸ਼ਾਹ ਬੰਗਾਲ ਤੇ ਬਿਹਾਰ ਤੱਕ, ਬੰਗਾਲ ਤੇ ਅਸਾਮ ਤੱਕ ਗਏ ਸਨ। ਉਹਨਾਂ ਦਾ ਰੂਟ ਉਹੀ ਸੀ ਜਿਹੜਾ ਪਹਿਲੀ ਪਾਤਸ਼ਾਹੀ ਦਾ ਰੂਟ ਸੀ। 200 ਸਾਲ ਬਾਅਦ ਜਿੱਥੇ ਕਿਤੇ ਸੰਗਤ ਮਿਲਣ ਆਉਂਦੀ, ਮੱਥਾ ਟੇਕਦੀ ਤੇ ਇਤਰਾਜ਼ ਇਹ ਕਰਦੀ ਮਹਾਰਾਜ ਇੰਨੀ ਦੇਰ ਬਾਅਦ ਦੀਦਾਰ ਹੋਏ। 200 ਸਾਲ ਬਾਅਦ 10 ਪੀੜ੍ਹੀਆਂ ਬਦਲ ਜਾਂਦੀਆਂ ਨੇ। ਕੀ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ? ਪੈਸੇ ਕਿ ਫੁਲਕੇ ਪ੍ਰਸ਼ਾਦੇ? ਖਾਲੀ ਹੱਥ ਗਏ ਸੀ। ਹਿੰਦੁਸਤਾਨ ਇਉਂ ਮਾਯੂਸ ਬੈਠਾ ਸੀ ਕਿ ਸਾਡਾ ਤਾਂ ਹੁਣ ਕੁਝ ਸੰਵਰ ਹੀ ਨਹੀਂ ਸਕਦਾ। ਹਰੇਕ ਨੂੰ ਮਿਲ ਮਿਲ ਕੇ ਮਹਾਰਾਜ ਨੇ ਕਿਹਾ ਸੀ ਤੁਹਾਡਾ ਕੁਝ ਵਿਗੜ ਹੀ ਨਹੀਂ ਸਕਦਾ। ਭਰੋਸਾ ਦਿੱਤਾ ਸੀ, ਭਰੋਸੇ ਤੋਂ ਇਲਾਵਾ ਕੁਝ ਨਹੀਂ ਦਿੱਤਾ ਸੀ। ਇਹ ਕਿਹਾ ਸੀ ਕਿ ਤੁਸੀਂ ਨਿਰਭਉ ਤੇ ਨਿਰਵੈਰ ਦੇ ਬੱਚੇ ਹੋ, ਸੰਸਾਰ 'ਚ ਤੁਹਾਡਾ ਕੋਈ ਨਹੀਂ ਕੁਝ ਵਿਗਾੜ ਸਕਦਾ। ਇਸੇ ਕਰਕੇ ਆਪਾਂ ਪੰਜ ਪਿਆਰੇ ਵੀ ਦੇਖਦੇ ਹਾਂ। ਜਿਨ੍ਹਾਂ ਥਾਵਾਂ ਦੀ ਚਰਨ ਛੋਹ ਪ੍ਰਾਪਤ ਸੀ ਗੁਰੂ ਨਾਨਕ ਦੇਵ ਜੀ ਦੀ, ਜਿਨ੍ਹਾਂ ਥਾਵਾਂ ਤੋਂ, ਉਹਨਾਂ ਥਾਵਾਂ ਤੋਂ ਪੰਜ ਪਿਆਰੇ ਆਏ ਸੀ। ਇਸੇ ਕਰਕੇ ਗੋਕਲ ਚੰਦ ਨਾਰੰਗ ਦਾ ਇਹ ਕਥਨ ਬਹੁਤ ਮੁੱਲਵਾਨ ਹੈ ਕਿ ਉਹ ਫੌਲਾਦ
ਜਿਹੜਾ ਗੁਰੂ ਨਾਨਕ ਦੇਵ ਜੀ ਨੇ ਜ਼ਮੀਨ ਤੋਂ ਕੱਢਿਆ ਸੀ ਉਸੇ ਦੀ ਕਿਰਪਾਨ ਬਣਾਈ ਸੀ ਗੁਰੂ ਗੋਬਿੰਦ ਸਿੰਘ ਜੀ ਨੇ। ਫੌਲਾਦ ਉਹੀ ਸੀ, ਤੱਤ ਉਹੀ ਸੀ, ਉਹਨੂੰ ਢਾਲ ਦਿੱਤਾ, ਉਹਨੂੰ ਸ਼ੇਪ ਦੇ ਦਿੱਤੀ। ਜਿਹੜੀ ਗੱਲ ਇੰਪੋਰਟੈਂਟ ਮੈਂ ਆਪਣੇ ਵਿਦਿਆਰਥੀਆਂ ਨੂੰ ਤਾਂ ਦੱਸਦਾ ਹੀ ਹੁੰਨਾ, ਅੱਜ ਦੀ ਇਹ ਸੰਗਤ ਨੂੰ ਵੀ ਦੱਸਣਾ ਮੁਨਾਸਿਬ ਸਮਝਦਾ ਵੀ ਗੁਰੂ ਨਾਨਕ ਦੇਵ ਜੀ ਨੇ ਇੰਨੇ ਲੰਮੇ ਸਫ਼ਰ 'ਚ ਨਾ ਆਪ ਖਾਣ ਪੀਣ ਦੀ ਚੀਜ਼ ਕੋਈ ਚੁੱਕੀ ਸੀ, ਨਾ ਪੈਸਾ ਚੁੱਕਿਆ ਸੀ, ਨਾ ਭਾਈ ਮਰਦਾਨਾ ਜੀ ਨੂੰ ਚੁੱਕਣ ਦਿੱਤਾ ਸੀ। ਜਿਹੜੀ ਚੀਜ਼ ਉਹਨਾਂ ਨੇ ਕਦੇ ਆਪਣੇ ਕੋਲੋਂ ਵੱਖ ਨਹੀਂ ਕੀਤੀ, ਆਪਣੇ ਤੋਂ ਦੂਰ ਨਹੀਂ ਕੀਤੀ, ਉਹ ਸੀ ਕਲਮ ਦੁਆਤ ਤੇ ਨੋਟਬੁੱਕ। ਮੁਸਲਮਾਨ ਫਖਰ ਨਾਲ ਆਪਣੇ ਆਪ ਨੂੰ ਆਖਦੇ ਨੇ ਅਸੀਂ ਅਹਿਲੇ ਕਿਤਾਬ ਹਾਂ। ਅਹਿਲੇ ਕਿਤਾਬ ਉਹ ਲੋਕ ਜਿਨ੍ਹਾਂ ਦਾ ਜਨਮ ਕਿਤਾਬ 'ਚ ਹੋਇਆ। ਉਹਨਾਂ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਿਤਾਬ 'ਚੋਂ ਜਨਮ ਦਿੱਤਾ, ਕਲਮ ਦੁਆਤ ਤੇ ਨੋਟਬੁੱਕ। ਮੈਂ ਵਿਦਿਆਰਥੀਆਂ ਨੂੰ ਕਹਿੰਦਾ ਹੁੰਨਾ ਕਿ ਜਿਸ ਵਿਦਿਆਰਥੀ ਦੇ ਹੱਥ 'ਚ ਨੋਟਬੁੱਕ ਨਾ ਹੋਈ ਤੇ ਜੇਬ 'ਚ ਪੈਨ ਨਾ ਹੋਇਆ, ਮੈਂ ਹੁਣ ਤੁਹਾਨੂੰ ਝਿੜਕ ਤਾਂ ਸਕਦਾ ਨਹੀਂ, ਸਜ਼ਾ ਤਾਂ ਦੇ ਨਹੀਂ ਸਕਦਾ, ਇੰਨੀ ਗੱਲ ਆ ਸਕਦਾ ਵੀ ਗੁਰੂ ਨਾਨਕ ਦੇਵ ਜੀ ਤੁਹਾਡੇ ਤੇ ਖੁਸ਼ ਨਹੀਂ ਹੋਣਗੇ। ਉਹਨਾਂ ਨੂੰ ਸੰਸਾਰ 'ਚ ਕਲਮ ਦਵਾਤ ਤੇ ਕਾਪੀ ਚੰਗੀ ਲੱਗੀ ਸੀ ਕੇਵਲ। ਦੂਸਰੀ ਗੱਲ, ਕਿਹੋ ਜਿਹੇ ਸਨ ਉਹ ਸਮੇਂ ਤੇ ਕਿਹੋ ਜਿਹੇ ਸਨ ਸਾਡੇ ਮਹਾਂਪੁਰਖ। ਦੋ ਵਾਕ ਸੁਣਾਣਾ ਸਿਰਫ ਭਾਈ ਮਰਦਾਨਾ ਜੀ ਬਾਰੇ, ਆਪਸ ਦੇ ਵਿੱਚ ਪ੍ਰੇਮ ਕੀ ਸੀ, ਸੰਬੰਧ ਕੀ ਸਨ। ਇੱਕ ਵਿਦਿਆ ਬਾਰੇ, ਬਸ ਦੋ ਵਾਕ ਸੁਣਾ ਕੇ ਖਿਮਾ। ਪਹਿਲਾ, ਸਾਖੀਕਾਰ ਲਿਖਦਾ ਹੈ, ਜਦੋਂ ਬਾਬਾ ਬੰਦਗੀ ਕਰਨ ਲੱਗਦਾ, 5 ਕਰਮ ਦੂਰ ਖਲੋ ਕੇ ਮਰਦਾਨਾ ਸਖਤ ਪਹਿਰਾ ਦਿੰਦਾ ਤਾਂ ਕਿ ਕੋਈ ਪਸ਼ੂ ਪੰਛੀ ਜਾਂ ਮਨੁੱਖ ਤਿਨਾਂ ਦੀ ਬੰਦਗੀ ਵਿੱਚ ਵਿਘਨ ਨਾ ਪਾਏ। ਔਰ ਜਦ ਬਾਬਾ ਗਾਉਣ ਲੱਗਦਾ, ਉਠਾਏ ਕੇ ਰਬਾਬ ਇੰਨਾ ਨਜ਼ਦੀਕ ਆ ਕੇ ਬੈਠਦਾ ਕਿ ਗੋਡੇ ਨਾਲ ਗੋਡਾ ਖਹਿੰਦਾ। ਜ਼ਫਰ ਸਾਹਿਬ ਹੈ ਨਾ ਸ਼ਾਇਰੀ, ਕੋਈ ਕਿਤਾਬ 1000 ਪੰਨਿਆਂ ਦੀ ਇਸ ਤਰ੍ਹਾਂ ਦਾ ਸੰਬੰਧ ਚਿੱਤਰ ਸਕਦੀ ਹੈ। ਜਦ ਬਾਬਾ ਬੰਦਗੀ ਕਰਨ ਲੱਗਦਾ, 5 ਕਰਮ ਦੂਰ ਖਲੋ ਕੇ ਭਾਈ ਮਰਦਾਨਾ ਸਖਤ ਪਹਿਰਾ ਦਿੰਦਾ ਤਾਂ ਕਿ ਕੋਈ ਪਸ਼ੂ ਪੰਛੀ ਜਾਂ ਮਨੁੱਖ ਤਿਨਾਂ ਦੀ ਬੰਦਗੀ ਵਿੱਚ ਵਿਘਨ ਨਾ ਪਾਏ। ਔਰ ਜਦ ਬਾਬਾ ਗਾਉਣ ਲੱਗਦਾ, ਉਠਾਏ ਕੇ ਰਬਾਬ ਇੰਨਾ ਨਜ਼ਦੀਕ ਆ ਕੇ ਬੈਠਦਾ ਕਿ ਗੋਡੇ ਨਾਲ ਗੋਡਾ ਖਹਿੰਦਾ। ਅਗਲਾ ਵਾਕ, ਇੱਕ ਆਮ ਇਹ ਹੁੰਦਾ ਸੀ ਕਿ ਮਹਾਰਾਜ ਗਾਇਨ ਕਰਦੇ ਤੇ ਸਾਥ ਵਾਦਨ ਰਬਾਬ ਦਾ ਭਾਈ ਮਰਦਾਨਾ ਜੀ ਦਿੰਦੇ। ਇੱਕ ਦਿਨ ਉਲਟ ਹੋਇਆ, ਭਾਈ ਮਰਦਾਨਾ ਜੀ ਆਪਣੇ ਕੋਲੋਂ ਕੁਝ ਬੰਦ ਜੋੜ ਕੇ ਆਪ ਹੀ ਗਾਉਣ ਲੱਗ ਗਏ। ਉਹ ਬੰਦ ਸਾਖੀ 'ਚ ਲਿਖੇ ਹੋਏ ਨੇ, ਇੱਕੇ ਤਾਂ ਪੁੱਤਰ ਕਾਲੂਆਨ ਜਿਨ ਸਿਰੀ ਫੁਨ ਤਿਸ ਹੀ ਗੋਈ। ਪਿਤਾ ਕਲਿਆਣ ਰਾਏ ਦਾ ਬੇਟਾ ਇੱਕ ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ, ਅੱਜ ਉਸ ਰਚਨਾ ਦਾ ਪੇੜਾ ਆਪਣੇ ਹੱਥਾਂ ਵਿੱਚ ਲੈ ਕੇ ਦੁਬਾਰਾ ਗੁੰਨਣ ਲੱਗ ਗਿਆ। ਰਚਨਾ ਦਾ ਪੇੜਾ ਆਪਣੇ ਹੱਥਾਂ 'ਚ ਲੈ ਕੇ ਦੁਬਾਰਾ ਗੁੰਨਣਾ ਸ਼ੁਰੂ ਕਰ ਦਿੱਤਾ। ਬਾਬੇ ਕਹਿਆ, ਨਾ ਭਾਈ, ਮੈਂ ਤਾਂ ਤੁਸਾਂ ਦੇ ਤਲਵੰਡੀ ਪਿੰਡ ਦੇ ਬੇਦੀਆਂ ਦਾ ਅਵਾਰਾ ਛੋਕਰਾ ਹਾਂ ਜਿਸ ਦੀ ਕਿਤੇ ਸੁਣਵਾਈ ਨਹੀਂ। ਮਰਦਾਨੇ ਕਹਿਆ, ਇੱਕੇ ਤਾਂ ਪੁੱਤਰ ਕਾਲੂਆਨ ਜਿਨ ਸਿਰੀ ਫੁਨ ਤਿਸ ਹੀ ਗੋਈ। ਤੁਧ ਜੇਵੜ ਪਰਮੇਸ਼ਰ ਹੋਏ ਤਾਂ ਹੋਈ। ਪਰਮੇਸ਼ਰ ਹੋ ਸਕਦਾ ਤੁਹਾਡੇ ਜਿਹੜਾ, ਹੋਰ ਤੁਹਾਡੇ ਜਿਹੜਾ ਸੰਸਾਰ 'ਚ ਕੋਈ ਨਹੀਂ। ਬਾਬੇ ਕਹਿਆ, ਬਸ ਭਾਈ ਬਸ, ਏਦੂ ਅੱਗੇ ਨਹੀਂ ਚਲਾਵਣਾ ਹੋਰ ਅੱਖਰ ਕੋਈ। ਕਿਆ ਬਾਤ ਹੈ, ਤੋਪ ਚਲਦੀ, ਤੀਰ ਚੱਲਦਾ, ਤਲਵਾਰ ਚੱਲਦਾ, ਹਥਿਆਰ ਚੱਲਦੇ ਸੁਣੇ ਸੀ ਆਪਾਂ, ਏਦੂ ਅੱਗੇ ਨਹੀਂ ਚਲਾਵਣਾ ਹੋਰ ਅੱਖਰ ਕੋਈ। ਇਹ ਅੱਖਰ ਚਲਾਏ ਨੇ ਮਹਾਰਾਜ ਨੇ। ਉਹ ਅੱਖਰ ਜਿਹੜੇ ਚਲਾਏ ਸਨ ਉਹਨਾਂ ਨੇ, ਉਹ ਸਾਡੇ ਦਿਲਾਂ ਤੇ ਉਕਰੇ ਪਏ, ਉਕਰੇ ਰਹਿਣਗੇ। ਤੁਹਾਡੇ ਸਾਰਿਆਂ ਦੇ ਦਿਲਾਂ ਤੇ ਉਕਰੇ ਰਹਿਣ। ਮੈਨੂੰ ਪ੍ਰਬੰਧਕਾਂ ਨੇ ਯਾਦ ਕੀਤਾ ਜਦੋਂ ਕਿ ਮੈਂ ਇਹਨਾਂ 'ਚੋਂ ਕਿਸੇ ਨੂੰ ਜਾਣਦਾ ਨਹੀਂ ਹਾਂ, ਫਿਰ ਵੀ ਇਹਨਾਂ ਨੇ ਮੇਰੇ ਤੇ ਕਿਰਪਾ ਕੀਤੀ, ਇੱਥੇ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲਿਆ। ਮੈਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ। ਬਹੁਤ ਮਿਹਰਬਾਨੀ। ਗੁਰੂ ਮਹਾਰਾਜ ਤੁਹਾਡੇ ਤੇ ਹਮੇਸ਼ਾ ਮਿਹਰਬਾਨ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।